सतनाम श्री वाहिगुरु साहिब जीओ। जे को गुर ते बेमुख होवे, बिन सतगुर मुक्त ना पावे। सतगुरु जी कहते जे कोई मनुख गुरु तो बेमुख, बेमुख तो भाव है मूँह कमा लेना, मूँह बदल लेना। ਆਪਾਂ ਕਹਿ ਦਿੰਦੇ ਨਾ ਕਿਸੇ ਬੰਦੇ ਨੂੰ ਜਿਹੜਾ ਕੋਈ ਵਸਤੂ ਲੈ ਕੇ ਗਿਆ ਹੋਵੇ, ਜਦੋਂ ਉਹ ਵਾਪਸ ਨਾ ਕਰੇ ਉਦੋਂ ਆਪਾਂ ਕਹਿ ਦਿੰਦੇ ਜਦੋਂ ਲੈਣ ਆਇਆ ਸੀ ਉਦੋਂ ਤੇਰਾ ਮੂੰਹ ਹੋਰ ਸੀ, ਅੱਜ ਹੋਰ ਹੈ। ਔਰ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਰੰਗ ਬਦਲਦਾ ਹੈ, ਮੂੰਹ ਬਦਲਦਾ ਹੈ, ਉਹਨੂੰ ਬੇਮੁਖ ਆਖਿਆ ਜਾਂਦਾ ਹੈ। ਗੁਰੂ ਦਾ ਬਚਨ ਨਹੀਂ ਕਮਾਉਣਾ, ਮੰਗਣ ਵਾਲੇ ਹੋ ਵੇਲੇ ਹੋਰ ਤੇ ਗੁਰੂ ਦੇ ਬਚਨ ਨੂੰ ਕਮਾਉਣ ਵੇਲੇ ਮੁਖ ਹੋਰ ਹੋਣਾ। ਰਾਵਣ ਨੂੰ ਕਹਿੰਦੇ ਨੇ 10 ਸਿਰ ਸੀ, ਕਹਿੰਦੇ ਉਹਦੇ 10 ਸਿਰ ਸੀ। ਸਿਆਣੇ ਕਹਿੰਦੇ 10 ਸਿਰ ਦਾ ਮਤਲਬ ਇਹੀ ਸੀ ਕਿ ਉਹ ਆਪਣਾ ਰੂਪ ਬਦਲਦਾ ਰਹਿੰਦਾ ਸੀ, ਮੂੰਹ ਬਦਲਦਾ ਰਹਿੰਦਾ ਸੀ, ਰੰਗਤ, ਔਰ ਐਦਾਂ ਦੀ ਉਹਦੀ ਹਾਲਤ ਸੀ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਰਾਵਣ ਨੂੰ ਲੋਕ ਜਲਾਉਂਦੇ ਨੇ ਕਿ ਉਹਦੇ 10 ਸਿਰ ਸੀ, ਪਰ ਜਲਾਉਂਦੇ ਕੌਣ ਨੇ? ਜਿਨ੍ਹਾਂ ਦੇ ਆਪਣੇ 100 ਨੇ। ਰਾਵਣ ਦੇ ਤਾਂ 10 ਹੋਣਗੇ, 10 ਮੂੰਹ ਹੋਣਗੇ, ਉਹ ਤਾਂ 10 ਤਰ੍ਹਾਂ ਆਪਣਾ ਰੰਗ ਬਦਲਦਾ ਸੀ, ਭੇਖ ਬਦਲਦਾ ਸੀ। ਜਿਹੜੇ ਰਾਵਣ ਨੂੰ ਫੂਕਦੇ ਨੇ, ਸਾੜਦੇ ਨੇ, ਉਹਨਾਂ ਦਾ ਤਾਂ ਪਤਾ ਹੀ ਨਹੀਂ ਕਿੰਨੇ ਰੰਗ ਬਦਲਦੇ ਨੇ। ਜਿਹੜੇ ਰਾਵਣ ਨੂੰ ਜਲਾਉਂਦੇ ਨੇ ਉਹ ਦੇਖਣ ਨਾ ਆਪਣੇ ਸਾਡੇ ਮੂੰਹ ਕਿੰਨੇ ਨੇ। ਸਾਡੇ ਗੁਰੂ ਦੇ ਕੋਲੋਂ, ਪ੍ਰਮਾਤਮਾ ਦੇ ਕੋਲੋਂ, ਰੱਬ ਕੋਲੋਂ ਮੰਗਣ ਵਾਲਾ ਹੋਰ, ਪਰਿਵਾਰ ਦੇ ਸਾਹਮਣੇ ਹੋਰ, ਬੱਚਿਆਂ ਦੇ ਸਾਹਮਣੇ ਹੋਰ, ਲੋਕਾਂ ਦੇ ਸਾਹਮਣੇ ਹੋਰ, ਔਰ ਉਹ ਲੋਕ ਉਹਨੂੰ ਸਾੜਦੇ ਨੇ ਜਿਨ੍ਹਾਂ ਦਾ ਆਪਣਾ ਕਿਰਦਾਰ ਉਸ ਤੋਂ ਵੀ ਜ਼ਿਆਦਾ ਗਿਰਿਆ ਹੋਇਆ। ਉਹ ਤਾਂ ਫਿਰ ਵੀ ਗਿਆਨੀ ਸੀ, ਜਪੀ ਤਪੀ ਸੀ, ਪਰ ਸਾਡਾ ਕੀ ਹਾਲ ਹੈ? ਸਾਡੇ ਮੂੰਹ ਤਾਂ ਹੋਰ ਹੀ ਨਹੀਂ ਨਾ ਸਾਰਿਆਂ ਦੇ। ਸਤਿਗੁਰੂ ਜੀ ਮੁਕਤੀ ਦੀ ਗੱਲ ਕਰਦੇ ਨੇ, ਪਾਤਸ਼ਾਹ ਬਚਨ ਕਰਦੇ ਨੇ ਜੇ ਕੋਈ ਮਨੁੱਖ ਗੁਰੂ ਤੋਂ ਬੇਮੁਖ ਹੋਵੇ, ਗੁਰੂ ਤੋਂ ਬੇਮੁਖ ਹੋ ਕੇ ਮੁਕਤੀ ਪ੍ਰਾਪਤ ਕਰਨੀ ਚਾਹੇ ਕਿ ਇਸ ਪਾਸੇ ਮੈਨੂੰ ਮੁਕਤੀ ਮਿਲ ਜਾਏ, ਗੁਰੂ ਤੋਂ ਬੇਮੁਖ ਹੋ ਕੇ ਮੈਨੂੰ ਮੁਕਤੀ ਮਿਲ ਜਾਏ। ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾ ਸਤਿਗੁਰੂ ਤੋਂ ਮੁਕਤੀ ਨਹੀਂ ਮਿਲਣੀ। ਵਾਹਿਗੁਰੂ ਮਾਫ ਕਰਨਾ ਜੀ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਤੋਂ ਬਿਨਾ, ਗੁਰੂ ਦੀ ਮੱਤ ਲੈ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋਣੀ। ਜਿੱਥੇ ਮਰਜੀ ਉਹ ਭਟਕ ਕੇ ਆ ਜਾਵੇ, ਜਿੰਨੇ ਮਰਜੀ ਯਤਨ ਕਰ ਲੇ, ਮੁਕਤੀ ਹੈ ਉਹ ਗੁਰੂ ਦੇ ਕੋਲ ਹੈ, ਹੋਰ ਕਿਸੇ ਕੋਲ ਨਹੀਂ। ਜਿੱਥੇ ਵੀ ਕੋਈ ਮਨੁੱਖ ਜਾ ਕੇ ਆਉਂਦਾ ਹੈ, ਭਟਕ ਕੇ ਆਉਂਦਾ ਹੈ, ਗੁਰੂ ਤੋਂ ਬਿਨਾ ਜਿੰਨੇ ਮਰਜੀ ਧਰਮ ਕਰਮ ਕਰ ਲੇ, ਕਰਮ ਕਾਂਡ ਕਰ ਲਵੇ, ਸਤਿਗੁਰੂ ਤੋਂ ਬਿਨਾ, ਪੂਰੇ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋਣੀ। ਔਰ ਇਸ ਤੋਂ ਪਹਿਲਾਂ ਇਹ ਯਤਨ ਕਰਕੇ ਬੜਿਆਂ ਵੱਡਿਆਂ ਨੇ ਵੇਖ ਲਏ, ਅਨੇਕਾਂ ਨੇ ਯਤਨ ਕੀਤੇ ਨੇ। ਆਪਾਂ ਗੁਰ ਇਤਿਹਾਸ ਵੀ ਪੜ੍ਹਦੇ ਹਾਂ ਕਿ ਜੇ ਗੁਰੂ ਤੋਂ ਪਰੇ ਬੇਮੁਖ ਹੋਈਏ ਨਾ, ਸੋਚੀਏ ਆਨੰਦ ਦੀ ਪ੍ਰਾਪਤੀ ਹੋ ਜਾਏ, ਸੁਖ ਦੀ ਪ੍ਰਾਪਤੀ ਹੋ ਜਾਏ, ਤਾਂ ਸਤਿਗੁਰੂ ਤੋਂ ਬਿਨਾ ਸੁਖ ਕਿਤੇ, ਸਤਿਗੁਰੂ ਤੋਂ ਬਿਨਾ ਆਨੰਦ ਕਿਤੇ ਵੀ ਪ੍ਰਾਪਤ ਨਹੀਂ ਹੋਣਾ। ਜੇ ਗੁਰ ਇਤਿਹਾਸ ਦੀ ਵੀ ਵਿਚਾਰ ਕਰੀਏ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, 8 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ, ਲੰਗਰ ਮਸਤਾਨੇ ਹੋ ਗਏ, ਰਸਤਾਂ ਖਤਮ ਹੋ ਗਈਆਂ, ਬਾਹਰੋਂ ਘੇਰਾ ਇੰਨਾ ਸਖਤ ਕਰ ਦਿੱਤਾ ਕਿ ਹੁਣ ਜੰਗ ਨਾ ਕਰੋ, ਅੰਦਰ ਰਸਤ ਪਾਣੀ ਜਾਣਾ ਬੰਦ ਕਰ ਦਿਓ। ਸਿੱਖਾਂ ਨੇ ਦਰਖਤਾਂ ਦੀਆਂ ਖੱਲਾਂ ਲਾ ਕੇ, ਘਾਹ ਪੀ ਪੀ ਕੇ ਪੀਤਾ, ਗੁਜ਼ਾਰਾ ਕੀਤਾ।
फिर इन्हां ने ऐलान किया बगावत करन वास्ते, फुट पाउण वास्ते कि जिन्हें गुरु का साथ छड्ड के जाड़ा चले जाओ उन्होंने कुछ नहीं आख्या जाएगा। जिहड़ा इत्थों निकलना चाहे किला छड्ड के चले जाओ। ये ऐलान होण दी देर सी। कुछ लोगों ने आके 10वें पातशाह गुरु गोबिंद सिंह जी महाराज कोले सिखा ने आके बेनती की, सच्चे पातशाह भुखियां कोलों लड़िया नहीं जाता, सानू किला छड्ड देना चाहिए। ये भुख ने बड़ा सताया होया है, सानू ये किला छड्ड देना चाहिए। 10वें पातशाह गुरु गोबिंद सिंह जी महाराज कहते ਸਿੰਘੋ 8 दिन होर ठहर जाओ, फिर आपां विचार करदे। कुछ ਸਿੰਘਾਂ ने कहा महाराज 8 दिन असीं ठहरांगे, 8 दिनों बाद तुसीं विचार करोगे, फिर पता नहीं विचार बने या ना बने, किला छड्डीए या ना छड्डीए। साडे कोलों भुखियां तो लड़िया नहीं जाता, सानू तां किला हुण ही छड्ड देना चाहिए। सतगुरां कहा ਸਿੰਘੋ 4 दिन रुक जाओ, क्योंकि 2 धड़ियां दे विच बदल गई, वंडी गई कौम, फुट पै गई आपस विच। एक कहंदे सानू किला छड्ड देना चाहिए, एक कहंदे सानू टुकड़े टुकड़े होके शहीद हो जाएंगे, गुरु दे सन्मुख कट के मर जाएंगे, असीं गुरु दा साथ नहीं छड्डना, किला नहीं छड्डना। जदों ये बचन होए ਸਿੰਘਾਂ ने कहा 4 दिन भी नहीं ठहरिया जाता। सतगुरु कहते ਸਿੰਘੋ 2 दिन होर रुक जाओ, बहुत नेड़े है तुहाडे जित। ਸਿੰਘਾਂ ने कुछ ने आखिया जिहड़े बागी हो चुके सी, वो कहते महाराज तुसीं 2 दिन की गल करदे हो, हुण तां 2 दिन 2 घड़ियां रहना, 2 घंटे रुकना औखा होया पिया। सतगुरां ने गुस्से दे विच आके कह दिता कि जिन्हें जाना फिर चले जाओ। बहुत सारे सिख तैयार हो गए, भाई महा सिंह आदक। ये जदों सिख तैयार होण लगे, 10वें पातशाह गुरु गोबिंद सिंह जी महाराज जी नूं सिखा ने आके दसिया, सच्चे पातशाह वो सिख तां सचमुच ही तैयार होण लग पे। 10वें पातशाह गुरु गोबिंद सिंह जी महाराज आप चल के गए उन्हां दे कोल, ਸਿੰਘੋ तुसीं सचमुच ही मैनूं छड्ड के जा रहे हो? वो कहते महाराज हुण रह के की करना, जदों तुसीं आप ही कह दिता कि जिन्हें जाना चले जाओ। सतगुरु कहते फिर चंगा इस तरह करो, जे जाना ही है ना तुसीं एक कागज दे उत्ते 2 अखर लिख दिओ कि अज तो ना तू साडा गुरु ते ना असी तेरे सिख। ये लिख के दे दिओ। सिंह कहते असी ते नहीं लिख के दिंदे। महाराज कहते फिर जिन्हें जाना लिख के दे के जाओ, नहीं तो बैठ जाओ अंदर टिके। साध संग जी कुछ ਸਿੰਘਾਂ ने कागज के उत्ते लिख दिता, भुख दे सताया होया ने कि अज तो ना तू साडा गुरु ते ना असी तेरे सिख। भुख नूं बड़ा माड़ा क्या है। बहुत सारे लोग कहते हैं फरीदा मौत तो भुख बड़ी बुरी, भावें गुरु ग्रंथ साहब दे विच नहीं, ये सलोक बाहर दा है। फरीदा मौत तो भुख बुरी, मौत नालों भी माड़ी है भुख। हुण हैरान हुंदा मनुख सोचण वाला कि मौत तो माड़ी किवें हो सकदी है भुख। कहते मौत ते जिंदगी दे विच मनुख नूं एक बार आउणी है, पर भुख तां रात नूं चंगी तरह मनुख रज के सौंदा, 5-7 प्रशादे सवेरे फिर आके फतेह बुला दिंदी है, फिर लग जाती है, दोपहर नूं फिर, रात नूं फिर। ये दिन च 3-3 वारी भुख आउंदी है, मौत एक बार आउंदी है, इसलिए बहुत माड़ी है। जदों उन्होंने लिख दिता साध संगत जी, वो चले गए छड्ड के। जिन्हां ने लिखिया सारे पंजाब दे विच खबरां सरकार ने फैलाउणीआं सी सिखां नूं कमज़ोर करन वास्ते। कुछ ने भी सिखां ने साथ छड्डता जी गुरु दा। हुण जदों ये सिंह जिहड़े रस्ते तो जा रहे ने ना, लंघे जा रहे ने, लोग दरवाजे बंद करते हैं कि इन्हां दा परछावां ना साडे उत्ते एक ते साडे मत्थे ना लग जाण। ये गुरु तो बेमुख होके आए ने, बेमुख दी अवस्था, ये साडे मत्थे ना लग जाने, गुरु तो बेमुख होए ने। एक नगर दे विचों लंघण लगे, एक छोटा जिहा बच्चा मासूम बूहे ते खड़ा देख रहा, घोड़ियां ते चढ़े सिंह जा रहे ने।
ਉਹਨੇ ਉੱਚੀ ਉੱਚੀ ਰੌਲਾ ਪਾ ਦਿੱਤਾ, ਆਪਣੀ ਮਾਂ ਨੂੰ ਆਵਾਜ਼ ਮਾਰੀ, ਮਾਂ ਉਹ ਦੇਖ ਸਾਹਮਣੇ ਸਿੰਘ ਆ ਰਹੇ ਨੇ। ਮਾਂ ਨੇ ਦੌੜ ਕੇ ਆ ਕੇ ਬੱਚੇ ਨੂੰ ਚੁੱਕਿਆ ਗੋਦ ਵਿੱਚ, ਦਰਵਾਜ਼ਾ ਬੰਦ ਕਰ ਲਿਆ। ਆਪਣੇ ਬੱਚੇ ਨੂੰ ਕਹਿੰਦੀ, ਪੁੱਤਰ ਅੰਦਰ ਚੱਲ, ਇਹਨਾਂ ਦਾ ਪਰਛਾਵਾਂ ਨਾ ਤੇਰੇ ਉੱਤੇ ਪੈ ਜਾਏ, ਗੁਰੂ ਤੋਂ ਬੇਮੁਖ ਹੋ ਕੇ ਆਏ ਨੇ। ਐਦਾਂ ਦੇ ਤਾਨੇ ਉਹਨਾਂ ਨੂੰ ਸੁਣਨੇ ਪਏ ਪਿੰਡਾਂ ਦੇ ਵਿੱਚੋਂ, ਲੰਘੇ ਜਾ ਰਹੇ ਸੀ, ਕਿਤੇ ਇਹਨਾਂ ਦਾ ਪਰਛਾਵਾਂ ਨਾ ਪੈ ਜਾਏ। ਸੋਚਿਆ ਸੀ ਘਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ, ਰੱਜ ਕੇ ਆਵਾਂਗੇ, ਫਿਰ ਆ ਕੇ ਗੁਰੂ ਦੇ ਕੋਲੋਂ ਮਾਫੀ ਮੰਗ ਲਵਾਂਗੇ, ਫਿਰ ਸਤਿਗੁਰਾਂ ਦੇ ਨਾਲ ਆ ਕੇ ਰਲ ਜਾਾਂਗੇ। ਪਰ ਜਦੋਂ ਨਗਰਾਂ ਦੇ ਵਿੱਚੋਂ ਲੰਘ ਰਹੇ ਨੇ ਲੋਕ, ਤਾਨੇ ਮਾਰ ਰਹੇ ਨੇ, ਘਰਾਂ ਦੇ ਵਿੱਚ ਘਰ ਵਾਲੀਆਂ ਨੇ ਤਾਨੇ ਮਾਰੇ, ਪਹਿਲਾਂ ਹੀ ਸਵਾਲ ਕੀਤਾ, ਸੁਣਾਓ ਸਤਿਗੁਰਾਂ ਦਾ ਕੀ ਹਾਲ ਹੈ। ਜਦੋਂ ਸਿੰਘਣੀਆਂ ਨੇ ਪੁੱਛਿਆ ਨਾ, ਸੁਣਾਓ ਸਤਿਗੁਰਾਂ ਦਾ ਕੀ ਹਾਲ ਹੈ, ਇਹ ਕਹਿੰਦੇ ਸਤਿਗੁਰੂ ਜੀ ਨੂੰ ਤਾਂ ਅਸੀਂ ਛੱਡ ਕੇ ਆ ਗਏ ਹਾਂ। ਇਤਿਹਾਸਕਾਰ ਆਪਣੇ ਤਰੀਕੇ ਨਾਲ ਬਹੁਤ ਸਾਰੇ ਵਿਦਵਾਨ ਲਿਖਦੇ ਨੇ, ਕਈ ਕਹਿੰਦੇ ਚੂੜੀਆਂ ਲਾ ਕੇ ਸਾਹਮਣੇ ਰੱਖ ਦਿੱਤੀਆਂ, ਆਹ ਪਾ ਲਓ ਤੁਸੀਂ, ਅਸੀਂ ਜਾਂਦੇ ਹਾਂ ਜੰਗ ਕਰਨ ਵਾਸਤੇ। ਫਿਰ ਉਹ ਸਾਧ ਸੰਗਤ ਜੀ ਇੱਕ ਭੋਗ ਤੇ ਕੋਈ ਸਿੰਘ ਚੜ੍ਹਾਈ ਕਰ ਗਿਆ ਸੀ, ਉਹਦੇ ਭੋਗ ਤੇ ਸਾਰੇ ਇਕੱਠੇ ਹੋਏ ਬਾਜੇ ਦੇ ਵਿੱਚ, ਉੱਥੇ ਇਕੱਠੇ ਹੋਏ। ਜਦੋਂ ਮਹਾ ਸਿੰਘ ਨੇ ਪੁੱਛਿਆ, ਸੁਣਾਓ ਖਾਲਸਾ ਜੀ ਕੀ ਹਾਲ ਹੈ ਤੁਹਾਡਾ, ਉਹ ਕਹਿੰਦੇ ਜੀ ਜਿਹੜਾ ਹੋਇਆ ਤੁਹਾਡਾ ਹਾਲ ਉਹੀ ਹੋਇਆ ਸਾਡਾ ਹਾਲ, ਸਾਡਾ ਕਿਹੜਾ ਕੋਈ ਵੱਖਰਾ, ਸਾਨੂੰ ਕਿਹੜਾ ਕਿਸੇ ਨੇ ਹਾਰ ਪਾਉਣੇ ਸੀ, ਜਿਹੜਾ ਹਾਲ ਤੁਹਾਡਾ ਉਹੀ ਸਾਡਾ। ਉਹ ਕਹਿੰਦੇ ਫਿਰ ਅਹੀ ਜੀ ਜ਼ਿੰਦਗੀ ਨਾਲੋਂ ਤਾਂ ਗੁਰੂ ਦੇ ਸਨਮੁਖ ਹੋ ਕੇ ਟੁਕੜੇ ਟੁਕੜੇ ਹੋ ਕੇ ਮਰ ਜਾਣਾ ਉਹ ਚੰਗਾ ਹੈ। ਮਾਤਾ ਭਾਗੋ ਨੂੰ ਲਿਆ ਨਾਲ ਕਿ ਤੁਸੀਂ ਕਿਰਪਾ ਕਰੋ, ਕਿਉਂਕਿ ਮਾਤਾ ਭਾਗੋ ਜੀ ਬਚਪਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਖਿਡਾਉਂਦੇ ਰਹੇ ਨੇ, ਤੁਸੀਂ ਚੱਲੋ ਸਾਡੇ ਨਾਲ, ਸਾਡੀ ਭੁੱਲ ਬਖਸ਼ਵਾ ਦਿਓ। ਕਿੱਡੀ ਵੱਡੀ ਕੁਰਬਾਨੀ ਹੈ ਬੀਬੀਆਂ ਦੀ ਸਿੱਖ ਇਤਿਹਾਸ ਦੇ ਵਿੱਚ, ਬਰਾਬਰ ਦਾ ਹੱਕ ਐਵੇਂ ਨਹੀਂ ਮਿਲ ਗਿਆ। ਉਹ ਮਾਤਾ ਜੀ, ਮਾਤਾ ਭਾਗੋ ਜੀ ਜਥਾ ਲੈ ਕੇ ਗਏ। ਆਪ ਜੀ ਨੇ ਸੁਣਿਆ, ਬਹੁਤ ਲੰਬਾ ਇਤਿਹਾਸ ਹੈ, ਵਿਚਾਰ ਕਰਾਂਗੇ ਤਾਂ ਬਹੁਤ ਟਾਈਮ ਲੱਗ ਜਾਣਾ। ਜਦੋਂ ਸਤਿਗੁਰੂ ਜੀ ਦੇ ਸਨਮੁਖ ਗਏ, ਉਧਰੋਂ ਕੁਝ ਚੌਧਰੀ, ਮਾਝੇ ਦੇ ਚੌਧਰੀ, ਉਹ ਵੀ ਇਕੱਠੇ ਹੋ ਕੇ ਗਏ ਸੀ ਚਲਾਕੀ ਦੇ ਨਾਲ। ਉਹ ਸਰਕਾਰੀ ਦਰਬਾਰੇ ਉਹਨਾਂ ਦੀ ਚੱਲਦੀ ਸੀ। ਉਹਨਾਂ ਨੇ ਜਾ ਕੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਸੀਂ ਆਗਿਆ ਦਿਓ ਤਾਂ ਅਸੀਂ ਤੁਹਾਡੀ ਸਰਕਾਰ ਨਾਲ ਸੁਲ੍ਹਾ ਕਰਾ ਦਈਏ, ਤੁਹਾਡੀ ਸਰਕਾਰ ਦੇ ਨਾਲ ਗੱਲਬਾਤ ਕਰਾ ਦਈਏ। ਅਸੀਂ ਸਰਕਾਰ ਦੇ ਵਿੱਚ ਸਾਡੀ ਚੰਗੀ ਚੱਲਦੀ ਹੈ, ਸਰਕਾਰ ਦੇ ਵਿੱਚ ਸਾਡੀ ਗੱਲ ਸੁਣੀ ਜਾਂਦੀ ਹੈ, ਚਲੋ ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਉਹ ਚੌਧਰੀਓ ਤੁਸੀਂ ਉਦੋਂ ਕਿੱਥੇ ਸੀ ਜਦੋਂ ਮੈਨੂੰ ਅਨੰਦਪੁਰ ਦਾ ਕਿਲਾ ਛੱਡਣਾ ਪਿਆ, 8 ਮਹੀਨੇ ਘੇਰਾ ਪਿਆ ਰਿਹਾ। ਤੁਸੀਂ ਉਦੋਂ ਕਿੱਥੇ ਸੀ ਜਦੋਂ ਮੇਰੇ ਛੋਟੇ ਛੋਟੇ ਲਾਲਾਂ ਨੂੰ ਦੀਵਾਰਾਂ ਵਿੱਚ ਚਿਣਿਆ ਜਾ ਰਿਹਾ ਸੀ। ਤੁਸੀਂ ਉਦੋਂ ਕਿੱਥੇ ਸੀ ਜਦੋਂ 40 ਸਿੰਘਾਂ ਨੂੰ ਭੁੱਖਣ ਭਾਣਿਆਂ ਨੂੰ ਚਮਕੌਰ ਦੀ ਗੜੀ ਵਿੱਚ ਘੇਰਾ ਪਾਇਆ ਹੋਇਆ ਸੀ, ਉਦੋਂ ਕਿਉਂ ਨਾ ਸੁਲ੍ਹਾ ਕਰਾਈ ਤੁਸੀਂ ਆ ਕੇ। ਅੱਜ ਤੁਸੀਂ ਸੁਲ੍ਹਾ ਕਰਾਉਣ ਆਏ ਹੋ। मैं लड़ता रहांगा, मेरे दादा लड़ता रहा, मैं भी लड़ता रहांगा और मेरी औलाद भी लड़ती रहेगी। धर्म की खातर, देश की खातर, जुल्म के खिलाफ लड़ांगे। ये चौधरी तो वापस मुड़ गए, भाई महा सिंह होरां दा भी काम खराब कर गए। क्या कि सतगुरु जी इस टाइम जोश विच ने, गुस्से दे विच ने, हजे नहीं बेनती करते, फिर बेनती करांगे। चलो सतगुरु जी अगे अगे जा रहे ने, इन्हां दा जथा पिछे पिछे तुरिया जा रहा। सिंघां नूं खबर मिली कि वजीर खान बहुत सारी फौज लैके गुरु गोबिंद सिंह जी महाराज दे उत्ते हमला करन वाला है। और वजीर खान नूं खबर मिली सी गुरु गोबिंद सिंह जी महाराज दे नाल गिणती दे सिख ने हमला कर दिओ। सो साध संगत जी जदों सिंघां नूं पता लग्या, उन्होंने खदराणे की ढाब के उत्ते मोर्चे ला दिते और जुगती बरती। उन्होंने झाड़ियां दे उत्ते बड़े बड़े कशहरे ताण दिते, चादरां ताण दित्तियां, ताकि दूरों देखण वाली फौज नूं, दुश्मनां नूं लगे कि बहुत ज़्यादा फौज है। ये जुगती अपना के उत्थे खदराणे की ढाब का सहारा लैके सिंह रुक गए। 10वें पातशाह गुरु गोबिंद सिंह जी महाराज उच्ची टिब्बी के उत्ते विराजमान ने। जदों फौज चढ़ के आई, रास्ते दे विच ही सिंघां ने उन्हां दा मुकाबला कर दिता। भाई महा सिंह दे जथे ने एक एक सिख पूरे जौहर नाल दुश्मनां दे नाल लड़े। माता भागो जी भी उस जंग दे विच लड़े, दुश्मनां दे आहू ला दिते। साध संगत जी
ਅਖੀਰ ਸਿੰਘ ਲੜਦੇ ਲੜਦੇ ਬਹੁਤ ਸਾਰੇ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਦੁਸ਼ਮਣਾਂ ਦੀ ਫੌਜ ਪਿਆਸ ਦੀ ਸਤਾਈ ਹੋਈ, ਗਰਮੀ ਦੀ ਸਤਾਈ ਹੋਈ ਉੱਥੋਂ ਦੌੜ ਗਈ। ਔਰ ਇਧਰੋਂ ਭਾਈ ਮਹਾਂ ਸਿੰਘ ਵੀ ਜ਼ਖਮੀ ਹੋ ਕੇ ਜ਼ਮੀਨ ਦੇ ਉੱਤੇ ਡਿੱਗੇ ਪਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤੀ ਦੇ ਦਾਤੇ ਸਤਿਗੁਰੂ ਉਤੋਂ ਟਿੱਬੀ ਤੋਂ ਉਤਰੇ ਨੇ, ਘੋੜੇ ਤੋਂ ਉਤਰ ਕੇ ਇੱਕ ਇੱਕ ਸਿੱਖ ਨੂੰ ਸੰਭਾਲ ਰਹੇ ਨੇ, ਉਹਨਾਂ ਦੇ ਮੁਖ ਸਾਫ਼ ਕਰ ਰਹੇ ਨੇ, ਸਾਫੇ ਦੇ ਨਾਲ ਉਹਨਾਂ ਨੂੰ ਵਰ ਦੇ ਰਹੇ ਨੇ ਅਨੇਕਾਂ ਪ੍ਰਕਾਰ ਦੇ। ਇਹ ਮੇਰਾ 5000 ਹੀ, ਇਹ ਮੇਰਾ 10,000 ਹੀ, ਇਹਨੂੰ ਮੈਂ ਸੁਰਗ ਦਾ ਰਾਜ ਦੇ ਦਿੱਤਾ। ਇਸ ਤਰ੍ਹਾਂ ਬਖਸ਼ਿਸ਼ਾਂ ਕਰਦੇ ਕਰਦੇ ਸਤਿਗੁਰੂ ਜੀ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਭਾਈ ਮਹਾਂ ਸਿੰਘ ਸਹਿਕ ਰਹੇ ਨੇ। ਕਦੇ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਜਾਂਦੇ ਨੇ, ਕਦੀ ਨੇਤਰ ਖੋਲ ਲੈਂਦੇ ਨੇ, ਕਦੀ ਬੰਦ ਕਰ ਲੈਂਦੇ ਨੇ, ਹੱਥ ਜੁੜੇ ਹੋਏ ਨੇ। ਜਦੋਂ ਹੋਸ਼ ਆਉਂਦੀ ਆ ਉਦੋਂ ਰਸਨਾ ਤੋਂ ਇਹੀ ਆਵਾਜ਼ ਨਿਕਲਦੀ ਹੈ, ਕਲਗੀਆਂ ਵਾਲਿਆ ਕਿਰਪਾ ਕਰਕੇ ਬਖਸ਼ ਦੇ, ਮੁਕਤ ਕਰ ਦੇ ਸਾਨੂੰ ਉਹਨਾਂ ਬੰਧਨਾਂ ਤੋਂ, ਮੁਕਤ ਕਰ ਦੇ ਸਾਨੂੰ ਉਸ ਕਾਗਜ਼ ਦੇ ਟੁਕੜੇ ਤੋਂ। ਅਰਦਾਸਾਂ ਕਰ ਰਹੇ ਨੇ ਹੱਥ ਜੋੜ ਕੇ। ਫਿਰ ਨੇਤਰ ਬੰਦ ਹੋ ਜਾਂਦੇ ਨੇ, ਫਿਰ ਬੇਹੋਸ਼ ਹੋ ਜਾਂਦੇ ਨੇ, ਫਿਰ ਹੋਸ਼ ਆਉਂਦਾ, ਫਿਰ ਇਹੀ ਅਰਦਾਸ, ਸੱਚੇ ਪਾਤਸ਼ਾਹ ਕਦੋਂ ਦੀਦਾਰ ਹੋਣਗੇ ਤੇਰੇ। ਅਰਦਾਸ ਕਰ ਰਹੇ ਨੇ, ਮੇਰੇ ਇੰਤਜ਼ਾਰ ਦੀਆਂ ਘੜੀਆਂ ਦਾ ਸਬਰ ਨਾ ਲੈ ਪਾਤਸ਼ਾਹ, ਕਿਰਪਾ ਕਰਕੇ ਦਰਸ਼ਨ ਦੇ ਦੇ। ਨੇਤਰ ਬੰਦ ਹੋ ਜਾਂਦੇ ਨੇ, ਖੁੱਲ ਜਾਂਦੇ ਨੇ, ਇੱਧਰ ਉੱਧਰ ਦੇਖਦੇ ਨੇ। ਜਦੋਂ ਖੁੱਲਦੇ ਨੇ, ਕਲਗੀਆਂ ਵਾਲਾ ਆਇਆ ਕਿ ਨਹੀਂ ਆਇਆ, ਪੂਰਾ ਇੰਤਜ਼ਾਰ ਹੈ। ਮੇਰੇ ਇੰਤਜ਼ਾਰ ਦੀ ਹੱਦ ਹੈ, ਸੱਚੇ ਪਾਤਸ਼ਾਹ ਕਿਰਪਾ ਕਰ। 10ਵੇਂ ਪਾਤਸ਼ਾਹ ਪਹੁੰਚੇ, ਮਹਾਂ ਸਿੰਘ ਦਾ ਸੀਸ ਚੁੱਕ ਕੇ ਆਪਣੀ ਗੋਦ ਵਿੱਚ ਰੱਖਿਆ, ਆਪਣੇ ਸਾਫੇ ਦੇ ਨਾਲ ਉਹਦਾ ਸੀਸ ਮੁਖ ਸਾਫ਼ ਕੀਤਾ, ਮੱਥਾ ਚੁੰਮਿਆ। ਬਾਜਾਂ ਵਾਲੇ ਸਤਿਗੁਰੂ ਨੇ ਆਵਾਜ਼ ਮਾਰੀ, ਮਹਾਂ ਸਿੰਘਾ ਨੇਤਰ ਖੋਲ, ਮੈਂ ਆ ਗਿਆ। ਜਿਹੜਾ ਅਰਦਾਸਾਂ ਕਰ ਰਿਹਾ ਸੀ, ਸੱਚੇ ਪਾਤਸ਼ਾਹ ਇੱਥੇ ਨਹੀਂ ਤਾਂ ਉੱਥੇ ਦਰਸ਼ਨ ਤਾਂ ਤੇਰੇ ਹੋਣੇ ਹੀ ਨੇ ਨਾ। ਹੁਣ ਨਹੀਂ ਮਾਫ ਕਰੇਗਾ, ਦਰਗਾਹ 'ਚ ਤੇ ਮਾਫ ਕਰੇਗਾ, ਕਿਰਪਾ ਕਰ ਇੱਥੇ ਪਾੜ ਦਿਓ ਕਾਗਜ਼, ਸਾਨੂੰ ਮੁਕਤ ਕਰ ਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੋਦ ਵਿੱਚ ਰੱਖਿਆ ਸੀਸ ਮਹਾਂ ਸਿੰਘ ਦਾ, ਔਰ ਬੜੇ ਪਿਆਰ ਨਾਲ ਪੁੱਛਦੇ ਨੇ, ਮਹਾਂ ਸਿੰਘਾ ਨੇਤਰ ਖੋਲ। ਜਦੋਂ ਕੰਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਆਵਾਜ਼ ਪਈ, ਅੰਦਰ ਮਾਨੋ ਅੰਮ੍ਰਿਤ ਘੁਲਦਾ ਜਾ ਰਿਹਾ, ਨੇਤਰ ਖੁੱਲੇ। ਜਦੋਂ ਨੇਤਰਾਂ ਦੇ ਨਾਲ ਦਰਸ਼ਨ ਕੀਤਾ, ਸਾਹਮਣੇ ਕਲਗੀਆਂ ਵਾਲੇ ਸਤਿਗੁਰੂ ਦੇ ਚਿਹਰੇ ਦੇ ਹੋਏ ਦਰਸ਼ਨ, ਅੱਖਾਂ ਸ਼ਰਮ ਨਾਲ ਝੁਕ ਗਈਆਂ, ਨੇਤਰ ਝੁਕ ਗਏ, ਹੱਥ ਜੋੜ ਲਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਂ ਸਿੰਘਾ ਆਨੰਦਪੁਰ ਸਾਹਿਬ ਦੇ ਵਿੱਚ ਤਾਂ ਪ੍ਰਸ਼ਾਦਾ ਨਹੀਂ ਛਕਾ ਸਕਿਆ, ਹੁਣ ਦੱਸ ਤੈਨੂੰ ਕੀ ਛਕਾਵਾਂ, ਕੜਾ ਪ੍ਰਸ਼ਾਦੀ ਦੇਗ ਬਣਾ ਕੇ ਛਕਾ ਦੇਵਾਂ। ਅੱਖਾਂ ਦੇ ਵਿੱਚੋਂ ਹੰਝੂ ਆ ਗਏ ਮਹਾਂ ਸਿੰਘ ਦੇ। ਸੱਚੇ ਪਾਤਸ਼ਾਹ ਇਹ ਬੋਲੀਆਂ ਹੁਣ ਹੋਰ ਨਹੀਂ ਸਹਾਰੀਆਂ ਜਾਂਦੀਆਂ। ਸਤਿਗੁਰ ਕਹਿੰਦੇ, ਮਹਾਂ ਸਿੰਘਾ ਮੰਗ ਕੀ ਮੰਗਦਾ, ਤੇਰੇ ਪ੍ਰਾਣ ਬਖਸ਼ ਦੇਵਾਂ, ਤੈਨੂੰ ਕਿਸੇ ਇਲਾਕੇ ਦਾ ਰਾਜ ਦੇ ਦੇਵਾਂ। ਹੱਥ ਜੋੜ ਕੇ ਮਹਾਂ ਸਿੰਘ ਕਹਿੰਦਾ, ਮਹਾਰਾਜ ਕੀ ਕਰਨਾ ਹੈ ਰਾਜ। ਸਤਿਗੁਰ ਕਹਿੰਦੇ, ਮੁਕਤੀ ਦੇ ਦੇਵਾਂ, ਤੈਨੂੰ ਮੁਕਤੀ ਦਾ ਮਾਲਕ ਬਣਾ ਦੇਵਾਂ। ਮਹਾਂ ਸਿੰਘ ਕਹਿੰਦਾ, ਮਹਾਰਾਜ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਇਹ ਮੁਕਤੀ ਨਹੀਂ ਚਾਹੀਦੀ। ਫਿਰ ਕਿਹੜੀ ਮੁਕਤੀ ਚਾਹੀਦੀ ਹੈ? ਹੱਥ ਜੋੜ ਕੇ ਕਹਿੰਦਾ, ਮਹਾਰਾਜ ਉਸ ਕਾਗਜ਼ ਦੇ ਟੁਕੜੇ ਤੋਂ ਮੁਕਤ ਕਰ ਦਿਓ ਜਿਹੜਾ ਲਿਖ ਕੇ ਦਿੱਤਾ ਸੀ ਨਾ ਤੁਹਾਨੂੰ ਆਨੰਦਪੁਰ ਸਾਹਿਬ ਦੇ ਵਿੱਚ, ਕਿ ਨਾ ਤੂੰ ਸਾਡਾ ਗੁਰੂ ਨਾ ਸੀ ਤੇਰੇ ਸਿੱਖ, ਉਹ ਪਾੜ ਦਿਓ, ਉਹ ਟੁਕੜੇ ਤੋਂ ਮੁਕਤ ਕਰ ਦਿਓ, ਕਰੋ ਕਿਰਪਾ ਮੇਰੇ ਤੇ, ਬਖਸ਼ਿਸ਼ ਕਰ ਦਿਓ। ਹੋਰ ਕੁਝ ਨਹੀਂ ਚਾਹੀਦਾ, ਨਾ ਰਾਜ ਚਾਹੀਦਾ, ਸਾਨੂੰ ਆਪਣੇ ਚਰਨਾਂ ਨਾਲ ਟੁੱਟਿਆਂ ਹੋਇਆਂ ਨੂੰ ਦੁਬਾਰਾ ਫਿਰ ਜੋੜ ਲਓ। ਕਿਤੇ ਇਹੋ ਜਿਹੀ ਅਵਸਥਾ ਹੋ ਜਾਏ, ਅਸੀਂ ਵੀ ਟੁੱਟੇ ਹੋਏ ਹਾਂ ਨਾ ਗੁਰੂ ਤੋਂ, ਅਸੀਂ ਵੀ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਸਾਨੂੰ ਟੁੱਟਿਆਂ ਹੋਇਆਂ ਨੂੰ ਜੋੜ ਲਓ। ਬਾਬਾ ਅਤਰ ਸਿੰਘ ਜੀ ਦੇ ਸਥਾਨ ਤੇ ਆ ਕੇ ਬੇਨਤੀ ਕਰੀਏ, ਮਹਾਰਾਜ ਸੰਤ ਜੀ ਕਿਰਪਾ ਕਰੋ, ਜੋੜੋ ਸਾਨੂੰ ਟੁੱਟਿਆਂ ਹੋਇਆਂ ਨੂੰ, ਭੁੱਲੇ ਹੋਏ ਹਾਂ ਅਸੀਂ। ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰੂ ਕਿੱਡਾ ਵੱਡਾ ਦਿਆਲੂ ਹੈ। ਸਾਧ ਸੰਗਤ ਜੀ, 13 ਈਸਾਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਈਸਾ ਮਸੀਹ ਸਾਡਾ ਪੈਗੰਬਰ ਨਹੀਂ। ਸੂਲੀ ਤੇ ਚੜ੍ਹਨ ਵੇਲੇ ਉਹਨਾਂ ਨੇ ਧੋਖਾ ਕੀਤਾ, ਗਦਾਰੀ ਕੀਤੀ। ਅੱਜ ਤੱਕ 13 ਈਸਾਈਆਂ ਨੂੰ ਉਹਨਾਂ ਨੂੰ ਮਾਫ ਨਹੀਂ ਕੀਤਾ ਗਿਆ। 13 ਨੂੰ ਕੀ ਮਾਫ ਕਰਨਾ ਸੀ, 13 ਨੰਬਰ ਨੂੰ ਵੀ ਨਹੀਂ ਮਾਫ ਕੀਤਾ ਉਹਨਾਂ ਨੇ। 13 ਗਿਣਤੀ ਇਹ ਨਹੀਂ ਕਰਦੇ, ਛੱਡ ਹੀ ਜਾਂਦੇ ਨੇ।
13 ਨੰਬਰ ਦੀ ਗੱਡੀ ਨਹੀਂ ਲੈਂਦੇ, 13 ਨੰਬਰ ਦੇ ਮਕਾਨ ਵਿੱਚ ਨਹੀਂ ਈਸਾਈ ਲੋਕ ਰਹਿੰਦੇ, ਕਿਉਂਕਿ ਉਹਨਾਂ ਦੀ ਗਿਣਤੀ 13 ਸੀ। ਉਹਨਾਂ ਨੇ ਪਕੜਾਇਆ। ਪਰ ਇੱਕ ਬਾਜਾਂ ਵਾਲਾ ਸਤਿਗੁਰੂ ਹੈ, ਕਹਿਣ ਲੱਗੇ ਮਹਾਂ ਸਿੰਘਾ, ਚਾਰੇ ਪੁੱਤਰ ਕੁਰਬਾਨ ਹੋ ਗਏ, ਬੜਾ ਕੀਮਤੀ ਸਮਾਨ ਕੁਝ ਅਨੰਦਪੁਰ ਦੇ ਕਿਲੇ ਵਿੱਚ ਰਹਿ ਗਿਆ, ਕੁਝ ਸਰਸਾ ਨਦੀ ਦੇ ਵਿੱਚ ਰੁੜ ਗਿਆ। ਆ ਦੇਖ, ਤੇਰਾ ਲਿਖਿਆ ਹੋਇਆ ਉਹ ਕਾਗਜ਼ ਮੈਂ ਸੰਭਾਲ ਕੇ ਰੱਖਿਆ ਹੋਇਆ। ਮੈਨੂੰ ਇੰਤਜ਼ਾਰ ਸੀ, ਮੈਨੂੰ ਪਤਾ ਸੀ ਮੇਰੇ ਬੱਚੇ ਅੱਜ ਭੁੱਲੇ ਨੇ, ਕੱਲ ਨੂੰ ਵਾਪਸ ਜ਼ਰੂਰ ਆਉਣਗੇ। ਹੋਰ ਕੁਝ ਨਹੀਂ ਮੈਂ ਸੰਭਾਲਿਆ। ਪਰਿਵਾਰ ਖੀਰੂ ਖੇਰੂ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪ੍ਰਾਣਾਂ ਤੋਂ ਪਿਆਰੇ ਕਿੰਨੇ ਸਿੰਘ ਸ਼ਹੀਦ ਹੋ ਗਏ, ਕੀਮਤੀ ਸਮਾਨ ਅਨੰਦਪੁਰ ਦਾ ਕਿਲੇ ਵਿੱਚ ਰਹਿ ਗਿਆ, ਸਰਸਾ ਵਿੱਚ ਰੁੜ ਗਿਆ। ਤੇਰਾ ਲਿਖਿਆ ਹੋਇਆ ਉਹ ਕਾਗਜ਼ ਮੈਂ ਸੰਭਾਲ ਕੇ ਰੱਖਿਆ। ਕੱਢਿਆ ਉਹ ਵਿਦਾਵੇ ਵਾਲਾ ਕਾਗਜ਼, ਸਤਿਗੁਰੂ ਜੀ ਨੇ ਪਾੜ ਦਿੱਤਾ ਔਰ ਬਚਨ ਕਰ ਦਿੱਤਾ, ਕੱਲਾ ਤੈਨੂੰ ਨਹੀਂ ਮੁਕਤ ਕੀਤਾ, ਇਸ ਧਰਤੀ ਤੇ ਜਿਹੜਾ ਵੀ ਆਏਗਾ ਨਮਸਕਾਰ ਕਰੇਗਾ ਸ਼ਹੀਦਾਂ ਸਿੰਘਾਂ ਦੇ ਜਿੱਥੇ ਖੂਨ ਦੇ ਕਤਰੇ ਡੁੱਲੇ ਨੇ, ਇੱਥੋਂ ਦੀ ਧੂੜ ਨੂੰ ਜਿਹੜਾ ਮਸਤਕ ਨਾਲ ਲਾ ਲੇਗਾ ਉਹ ਵੀ ਮੁਕਤ ਹੋ ਜਾਏਗਾ। ਔਰ ਉਸ ਜਗ੍ਹਾ ਦਾ ਨਾਮ ਹੀ ਸਤਿਗੁਰੂ ਜੀ ਨੇ ਰੱਖ ਦਿੱਤਾ ਮੁਕਤਸਰ। ਕਿੱਡਾ ਅਮੀਰ ਵਿਰਸਾ ਹੈ ਸਾਡਾ, ਕਿਉਂਕਿ ਸਤਿਗੁਰੂ ਜੀ ਸਾਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਗੱਲ ਨਹੀਂ ਕਰਦੇ। ਸਤਿਗੁਰ ਕਹਿੰਦੇ ਸਿੱਖਾ ਤੇਰੀ ਝੋਲੀ ਵਿੱਚ ਜਿਉਂਦੇ ਹੀ ਮੁਕਤੀ ਪਾ ਦਿੱਤੀ। ਲੋਕ ਮਰ ਕੇ ਸੱਚਖੰਡ ਲੱਭਦੇ ਨੇ, ਸਿੱਖ ਨੂੰ ਜਿਉਂਦੇ ਨੂੰ ਹੀ ਸੱਚਖੰਡ ਸਤਿਗੁਰਾਂ ਨੇ ਦੁਨੀਆ ਉੱਤੇ ਬਖਸ਼ ਦਿੱਤਾ। ਲੋਕ ਮਰ ਕੇ ਅੰਮ੍ਰਿਤ ਦੀ ਤਲਾਸ਼ ਕਰਦੇ ਨੇ, ਅੰਮ੍ਰਿਤ ਮਿਲ ਜੇ, ਜਿਉਂਦਿਆਂ ਨੂੰ ਅੰਮ੍ਰਿਤ ਦਾ ਸਰ ਸਤਿਗੁਰੂ ਜੀ ਨੇ ਸਾਨੂੰ ਬਖਸ਼ ਦਿੱਤਾ। ਲੋਕ ਆਨੰਦ ਨੂੰ ਲੱਭਦੇ ਨੇ, ਆਨੰਦਾਂ ਦੀ ਪੁਰੀ ਸਤਿਗੁਰਾਂ ਨੇ ਸਿੱਖ ਦੀ ਝੋਲੀ ਵਿੱਚ ਪਾ ਦਿੱਤੀ। ਐਡਾ ਅਮੀਰ ਵਿਰਸਾ। ਇਹ ਦਾਤਾਂ ਮਿਲਦੀਆਂ ਕਿੱਥੋਂ ਨੇ, ਮੁਕਤੀ ਮਿਲਦੀ ਕਿੱਥੋਂ ਹੈ? ਇਹ ਕਿਸੇ ਦੇਵਤੇ ਕੋਲੋਂ ਨਹੀਂ ਮਿਲਦੀ। ਭਗਤ ਨਾਮਦੇਵ ਜੀ ਨੇ ਤਾਂ ਸਾਫ਼ ਬਾਣੀ ਦੇ ਵਿੱਚ ਬਚਨ ਕਰ ਦਿੱਤਾ। ਉਹ ਕਹਿੰਦੇ ਮੁਕਤ ਕੀ ਬਰੀਆ ਤੁਮ ਜੋ ਕਹੀਤ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਕਿਸੇ ਭਵਾਨੀ ਕੋਲੋਂ, ਕਿਸੇ ਦੇਵਤੇ ਦੇ ਕੋਲੋਂ ਮੁਕਤੀ ਨਹੀਂ, ਕਿਉਂਕਿ ਉਹ ਤਾਂ ਆਪ ਨਹੀਂ ਮੁਕਤ ਹੋਏ। ਉਹਨਾਂ ਕੋਲੇ ਮੁਕਤੀ ਨਹੀਂ, ਮੁਕਤੀ ਗੁਰੂ ਕੋਲੋਂ ਮਿਲਣੀ ਹੈ। ਸਤਿਗੁਰੂ ਜੀ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਉਹ ਮੁਕਤ ਨਹੀਂ ਹੋਏਗਾ, ਭਟਕਦਾ ਫਿਰੇਗਾ। ਕੋਸ਼ਿਸ਼ ਕਰ ਲੈ ਕਿ ਮੈਂ ਫਲਾਣੇ ਤੋਂ ਜਾ ਕੇ ਮੁਕਤੀ ਲੈਣੀ ਹੈ, ਕਿਸੇ ਕੋਲੋਂ ਮੁਕਤੀ ਨਹੀਂ ਮਿਲਣੀ। ਕਿੱਥੋਂ ਮਿਲਣੀ ਹੈ ਮੁਕਤੀ? ਬੰਧਨਾਂ ਤੋਂ ਮੁਕਤੀ, ਮਾਇਆ ਤੋਂ ਮੁਕਤੀ, ਜਨਮ ਮਰਨ ਤੋਂ ਮੁਕਤੀ। ਇਹ ਸਾਰੀਆਂ ਮੁਕਤੀਆਂ ਗੁਰੂ ਦੇ ਹੱਥ ਵਿੱਚ ਨੇ। ਵਿਕਾਰਾਂ ਤੋਂ ਮੁਕਤੀ, ਵਿਕਾਰਾਂ ਵਿੱਚ ਅਸੀਂ ਜਕੜੇ ਪਏ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਅਸੀਂ ਬੰਨੇ ਪਏ ਹਾਂ। ਇਹ ਸਾਰੀਆਂ ਮੁਕਤੀਆਂ, ਭਾਵੇਂ ਅਸੀਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਕਿਉਂਕਿ ਇੱਕ ਇੱਕ ਰੋਗ ਪੰਜਾਂ ਤੱਤਾਂ ਦਾ ਸਰੀਰ ਹੈ ਔਰ ਇਹਨਾਂ ਪੰਜਾਂ ਤੱਤਾਂ ਤੋਂ ਪੰਜੇ ਰਾਸੇ ਨੂੰ ਚਾਹੀਦੇ ਨੇ। ਔਰ ਇਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਘਟ ਜਾਏ ਤਾਂ ਮਨੁੱਖ ਦਾ ਸਰੀਰ ਡਾਮਾਡੋਲ ਹੋ ਜਾਂਦਾ ਹੈ। ਜੇ ਪੰਜ ਤੱਤ ਨੇ ਨਾ, ਇਹਨੂੰ ਪੰਜੇ ਤੱਤਾਂ ਦੀ ਲੋੜ ਹੈ। ਮਿੱਟੀ ਤੋਂ ਸਰੀਰ ਬਣਿਆ, ਇਹਨੂੰ ਮਿੱਟੀ ਦੀ ਵੀ ਜ਼ਰੂਰਤ ਹੈ। ਹਵਾ ਤੋਂ ਬਣਿਆ, ਹਵਾ ਦੀ ਵੀ ਲੋੜ ਹੈ। ਪਾਣੀ ਦੀ ਵੀ ਲੋੜ ਹੈ, ਅੱਗ ਦੀ ਵੀ ਜ਼ਰੂਰਤ ਹੈ। ਕਿਸੇ ਚੀਜ਼ ਦੀ ਵੀ ਕਮੀ ਹੋ ਜਾਏ ਤੇ ਮਨੁੱਖ ਦਾ ਸਰੀਰ ਡੋਲਦਾ, ਡਗਮਗਾ ਜਾਂਦਾ। ਮਿੱਟੀ ਦੀ ਕਮੀ ਹੋ ਜਾਏ ਨਾ, ਆਪਾਂ ਦੇਖਦੇ ਹਾਂ ਕਈ ਲੋਕ ਮਿੱਟੀ ਖਾਂਦੇ ਨੇ, ਬੱਚੇ ਖਾਂਦੇ ਨੇ, ਬੱਚੇ ਨਹੀਂ ਕਈ ਵੱਡੇ ਵੀ ਖਾਂਦੇ ਨੇ, ਪਰਿਵਾਰ ਤੋਂ ਛੁਪਾ ਕੇ, ਬੱਚਿਆਂ ਤੋਂ ਛੁਪਾ ਕੇ ਖਾਂਦੇ ਨੇ। ਉਹਨਾਂ ਨੂੰ ਆਦਤ ਪੈ ਜਾਂਦੀ ਹੈ। ਕਾਰਨ ਇਹ ਨਹੀਂ ਕਿ ਉਹਨਾਂ ਨੂੰ ਕੋਈ ਰਸ ਆਉਂਦਾ ਹੈ, ਕਾਰਨ ਇਹ ਹੈ ਕਿ ਉਹਨਾਂ ਦੇ ਸਰੀਰ ਦੇ ਵਿੱਚ ਮਿੱਟੀ ਦਾ ਤੱਤ ਘਟ ਗਿਆ। ਜੇ ਕਿਸੇ ਦੇ ਵਿੱਚ ਅੱਗ ਦਾ ਤੱਤ ਘਟ ਜਾਏ, ਤਾਪਮਾਨ ਘਟ ਜਾਏ ਤਾਂ ਵੀ ਸਰੀਰ ਕਮਜ਼ੋਰ ਹੋ ਜਾਂਦਾ ਹੈ। ਮਿੱਟੀ ਦਾ ਤੱਤ ਘਟ ਜਾਏ ਤਾਂ ਵੀ ਕਮਜ਼ੋਰ ਹੋ ਜਾਂਦਾ ਹੈ। ਸਾਨੂੰ ਆਕਸੀਜਨ ਨਾ ਮਿਲੇ, ਹਵਾ ਘਟ ਜਾਏ ਤਾਂ ਵੀ ਮਨੁੱਖ ਦਾ ਸਰੀਰ ਡੋਲਣ ਲੱਗ ਜਾਂਦਾ ਹੈ। ਇਹ ਸਾਰੇ ਤੱਤਾਂ ਤੋਂ ਸਰੀਰ ਬਣਿਆ, ਸਾਰੀਆਂ ਚੀਜ਼ਾਂ ਦੀ ਇਹਨੂੰ ਲੋੜ ਹੈ। ਇਹ ਜਿਹੜੀ ਆਪਾਂ ਕਣਕ ਖਾਂਦੇ ਹਾਂ, ਅਨਾਜ ਖਾਂਦੇ ਹਾਂ, ਇਹਦੇ ਵਿੱਚ ਸਾਨੂੰ ਇਹ ਤੱਤ ਮਿਲਦੇ ਨੇ। ਮਿੱਟੀ ਦਾ ਤੱਤ ਵੀ ਮਿਲਦਾ, ਲੋਹੇ ਦਾ ਵੀ ਮਿਲਦਾ, ਪਾਣੀ ਦਾ ਵੀ ਮਿਲਦਾ, ਅੱਗ ਦਾ ਵੀ ਮਿਲਦਾ ਹੈ। ਉਹ ਕਿਸੇ ਚੀਜ਼, ਇਹ ਸਾਰੀਆਂ ਚੀਜ਼ਾਂ ਦੀ ਪੂਰਤੀ ਕਰਦੇ ਨੇ। ਪੰਜਾਂ ਤੱਤਾਂ ਤੋਂ ਮਿਲੇ ਬਣਿਆ ਸਰੀਰ, ਔਰ ਪੰਜੇ ਤੱਤ, ਪੰਜ ਰਸ ਨੇ, ਪੰਜ ਵਿਸ਼ੇ ਨੇ। ਇਸੇ ਤਰ੍ਹਾਂ ਮਨ ਜਿਹੜਾ ਹੈ ਸ਼ਬਦ ਦੇ ਨਾਲ ਬਣਿਆ ਹੋਇਆ ਹੈ। ਇਹਨੂੰ ਸ਼ਬਦ ਦੀ ਲੋੜ ਹੈ। ਸਤਿਗੁਰੂ ਜੀ ਸਾਨੂੰ ਬਾਣੀ ਨਾਲ ਜੋੜਦੇ ਨੇ, ਸ਼ਬਦ ਨਾਲ ਜੋੜਦੇ ਨੇ। ਪਾਤਸ਼ਾਹ ਕਹਿੰਦੇ ਗੁਰੂ ਦੇ ਨਾਲ ਜੁੜੇਗਾ, ਗੁਰੂ ਨੇ ਤੈਨੂੰ ਸ਼ਬਦ ਨਾਲ ਜੋੜ ਦੇਣਾ, ਮਨ ਨੂੰ ਵੀ ਮੁਕਤ ਕਰ ਦੇਣਾ ਬੰਧਨਾਂ ਤੋਂ। ਅੱਜ ਪਾਵਨ ਬਾਣੀ ਦੇ ਵਿੱਚ ਉਪਦੇਸ਼ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ
ਮੁਕਤ ਨਾ ਪਾਏ। ਗੁਰੂ ਤੋਂ ਬਿਨਾ, ਸਤਿਗੁਰੂ ਤੋਂ ਬਿਨਾ ਕਿਤੇ ਮੁਕਤੀ ਪ੍ਰਾਪਤ ਨਹੀਂ ਹੁੰਦੀ, ਭਾਵੇਂ ਜਿੱਥੇ ਮਰਜੀ ਮਨੁੱਖ ਭਟਕ ਲਵੇ। ਗੁਰੂ ਤੋਂ ਬੇਮੁਖ ਹੋ ਕੇ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕਿਆ ਜਾਏ। ਵਿਵੇਕੀਆਂ ਦਾ ਅਰਥ ਹੈ ਵਿਚਾਰਵਾਨ। ਜਿਹੜੇ ਵਿਚਾਰਵਾਨ ਨੇ, ਗਿਆਨੀ ਨੇ, ਜਿਨ੍ਹਾਂ ਦੇ ਕੋਲ ਗਿਆਨ ਹੈ, ਚੰਗੇ ਗਿਆਨੀਆਂ ਦੇ ਕੋਲੋਂ, ਵਿਚਾਰਵਾਨ ਵਾਲਿਆਂ ਦੇ ਕੋਲੋਂ ਜਾ ਕੇ ਪੁੱਛ ਲਓ। ਸਤਿਗੁਰੂ ਜੀ ਕਹਿੰਦੇ ਐਵੇਂ ਨਹੀਂ ਇਹ ਗੱਲਾਂ ਕਹੀਆਂ। ਪਾਤਸ਼ਾਹ ਕਹਿੰਦੇ ਬੇਸ਼ੱਕ ਜਾ ਕੇ ਪੁੱਛ ਲਓ ਕਿਸੇ ਵਿਦਵਾਨ ਕੋਲੋਂ। ਜਿਹੜੇ ਗਿਆਨੀ ਨੇ, ਜਿਨ੍ਹਾਂ ਦੇ ਕੋਲ ਵਿਵੇਕ ਬੁੱਧੀ ਹੈ, ਪਰਖ ਦੀ ਬੁੱਧੀ ਹੈ, ਉਹਨਾਂ ਨੂੰ ਜਾ ਕੇ ਪੁੱਛਣਾ ਕਰੋ। ਕੀ ਪੁੱਛੋ ਕਿ ਪਾਵੈ ਮੁਕਤ ਨਾ ਹੋਰ ਥੈ ਕੋਈ। ਉਹ ਵੀ ਤੁਹਾਨੂੰ ਇਹੀ ਕਹਿਣਗੇ ਕਿ ਮੁਕਤੀ ਕਿਤੇ ਵੀ ਨਹੀਂ ਪ੍ਰਾਪਤ ਹੋਣੀ ਹੋਰ ਜਗ੍ਹਾ ਤੇ। ਪਾਵੈ ਮੁਕਤ ਨਾ ਹੋਰ ਥੈ ਕੋਈ। ਜਿੱਥੇ ਮਰਜੀ ਜਾ ਕੇ ਆ ਜਾਓ। ਵਿਚਾਰਵਾਨ ਲੋਕ, ਗਿਆਨੀ ਵੀ, ਜਿਹੜੇ ਵਿਦਵਾਨ ਨੇ, ਸਿਆਣੇ ਨੇ, ਆਪਾਂ ਕੋਈ ਗੱਲ ਪੁੱਛਣੀ ਹੋਵੇ ਨਾ, ਪਰਿਵਾਰ ਦੇ ਵਿੱਚ ਕਹਿ ਦਿੰਦੇ ਕਿਸੇ ਸਿਆਣੇ ਨੂੰ ਜਾ ਕੇ ਪੁੱਛ ਲਓ। ਜਿਹੜੀ ਗੱਲ ਨਾ ਪਤਾ ਹੋਵੇ ਕਿਸੇ ਸਿਆਣੇ ਦੇ ਕੋਲੋਂ ਪੁੱਛ ਲਓ। ਔਰ ਸਤਿਗੁਰੂ ਜੀ ਇੱਥੇ ਉਹੀ ਮੁਹਾਵਰਾ ਹੀ ਵਰਤ ਰਹੇ ਨੇ ਸਾਡੇ ਕੋਲ। ਪਾਤਸ਼ਾਹ ਕਹਿੰਦੇ ਕਿਸੇ ਗਿਆਨੀ ਕੋਲੋਂ, ਕਿਸੇ ਵਿਵੇਕੀ ਕੋਲੋਂ, ਕਿਸੇ ਗੁਣੀ ਕੋਲੋਂ ਜਾ ਕੇ ਪੁੱਛ ਲਓ, ਭਾਵੇਂ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋਣੀ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਕਿਸੇ ਕੋਲੋਂ ਵੀ ਜਾ ਕੇ ਪੁੱਛ ਲਓ ਕਿ ਗੁਰੂ ਤੋਂ ਬਿਨਾ ਕਿਤੇ ਮੁਕਤੀ ਮਿਲ ਜਾਏਗੀ। ਕਿਸੇ ਆਰੇ ਨਾਲ ਚਰਾਉਣ ਦੇ ਨਾਲ ਮੁਕਤੀ ਮਿਲ ਜਾਏਗੀ, ਕਿਤੇ ਪੁੱਠਾ ਲਟਕਣ ਦੇ ਨਾਲ ਮੁਕਤੀ ਮਿਲ ਜਾਏਗੀ, ਕਿਤੇ ਪਾਣੀ ਦੇ ਵਿੱਚ ਖੜਨ ਦੇ ਨਾਲ ਮੁਕਤੀ ਮਿਲ ਜਾਏਗੀ, ਧੂਣੀਆਂ ਤਪਾ ਕੇ ਤਪ ਕਰਨ ਨਾਲ ਮੁਕਤੀ ਮਿਲ ਜਾਣੀ ਹੈ। ਕਿਸੇ ਗਿਆਨੀ ਕੋਲੋਂ, ਕਿਸੇ ਵਿਵੇਕੀ ਕੋਲੋਂ ਜਾ ਕੇ ਪੁੱਛ ਲਓ। ਸਤਿਗੁਰੂ ਜੀ ਕਹਿੰਦੇ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਣੀ। ਇਹ ਗੱਲਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਐਵੇਂ ਨਹੀਂ ਕਹਿ ਦਿੱਤੀਆਂ। 20 ਸਾਲ ਤਜਰਬਾ ਕਰਕੇ ਵੇਖਿਆ, 20 ਸਾਲ ਤੀਰਥਾਂ ਤੇ ਜਾ ਕੇ ਵੇਖ ਲਿਆ। ਕਿੰਨੇ ਵਾਰੀ ਗੰਗਾ ਤੇ ਨਹਾਉਣ ਗਏ, ਕਿੰਨੇ ਵਾਰੀ ਤੀਰਥਾਂ ਤੇ ਇਸ਼ਨਾਨ ਕਰਨ ਗਏ। ਇੱਕ ਸੰਨਿਆਸੀ, ਇੱਕ ਸਾਧੂ ਨੇ ਕਹਿ ਦਿੱਤਾ, ਤੇਰਾ ਜੀਵਨ ਭ੍ਰਸ਼ਟ ਹੈ, ਤੇਰੇ ਨਾਲ ਰਹਿ ਕੇ ਮੇਰਾ ਜੀਵਨ ਵੀ ਨਿਗੁਰੇ ਨਾਲ ਰਹਿ ਕੇ ਭ੍ਰਿਸ਼ਟ ਹੋ ਗਿਆ। ਮੇਰੇ ਕੀਤੇ ਹੋਏ ਜਪ ਤਪ, ਮੇਰੇ ਕੀਤੇ ਹੋਏ ਕਰਮ, ਮੇਰੇ ਤੀਰਥਾਂ ਤੇ ਨਹਾਤੇ ਦੇ ਜਿੰਨੇ ਕਰਮ ਕੀਤੇ ਸੀ, ਮੇਰਾ ਸਾਰਾ ਜੀਵਨ ਭ੍ਰਸ਼ਟ ਹੋ ਗਿਆ। ਕਿਉਂ? ਕਿਉਂਕਿ ਮੈਂ ਤੇਰੇ ਵਰਗੇ ਨਿਗੁਰੇ ਦੇ ਨਾਲ ਰਹਿ ਗਿਆ। ਬਾਬਾ ਅਮਰਦਾਸ ਜੀ ਕਹਿੰਦੇ, ਮੈਂ 20 ਸਾਲ ਤੋਂ ਜਿਹੜੀ ਤਪੱਸਿਆ ਕਰ ਰਿਹਾ, ਮੈਂ ਜਿਹੜਾ 20 ਸਾਲ ਤੋਂ ਯਾਤਰਾ ਕਰ ਰਿਹਾ, ਮੈਂ ਜਿਹੜਾ 20 ਸਾਲ ਤੋਂ ਤੀਰਥਾਂ ਤੇ ਨਹਾ ਰਿਹਾ, ਉਹਦੇ ਨਾਲ ਕੋਈ ਫਾਇਦਾ ਨਹੀਂ, ਉਹਨਾਂ ਕਰਮਾਂ ਦਾ ਕੋਈ ਲਾਭ ਨਹੀਂ। ਉਹਨੇ ਬ੍ਰਹਮਚਾਰੀ ਨੇ ਕਿਹਾ, ਨਹੀਂ ਕੋਈ ਲਾਭ ਨਹੀਂ, ਜਿੰਨੀ ਦੇਰ ਤੱਕ ਗੁਰੂ ਨਹੀਂ ਨਾ ਧਾਰਨ ਕਰਦਾ, ਤੇਰੇ ਸਾਰੇ ਕੀਤੇ ਹੋਏ ਕਰਮ, ਤੀਰਥਾਂ ਤੇ ਨਹਾਤਾ, ਵਰਤ ਨੇਮ ਸਾਰੇ ਨਿਸਫਲ ਨੇ। ਗੁਰੂ ਤੋਂ ਬਿਨਾ ਕੀਤਾ ਹੋਇਆ ਜਪ ਤਪ ਕਰਮ ਧਰਮ ਜਿੰਨੇ ਨੇ ਨਿਸਫਲ ਨੇ, ਜਿੰਨੀ ਦੇਰ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ, ਗੁਰੂ ਵਾਲੇ ਨਹੀਂ ਬਣਦੇ। ਸਤਿਗੁਰੂ ਜੀ ਕਹਿੰਦੇ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਉਹ ਵਿਵੇਕਵਾਨਾਂ ਤੋਂ, ਗਿਆਨੀ ਜਨਾਂ ਤੋਂ, ਗੁਣੀ ਜਨਾਂ ਤੋਂ, ਵਿਦਵਾਨਾਂ ਦੇ ਕੋਲੋਂ ਜਾ ਕੇ ਪੁੱਛ ਲਓ ਕਿ ਗੁਰੂ ਤੋਂ ਬਿਨਾ ਮੁਕਤੀ ਮਿਲ ਜਾਏਗੀ। ਤਾਂ ਉਹਨਾਂ ਨੇ ਵੀ ਕਹਿਣਾ, ਇਸ ਦਰ ਤੋਂ ਬਿਨਾ ਹੋਰ ਕਿਤੇ ਮੁਕਤੀ ਪ੍ਰਾਪਤ ਨਹੀਂ ਹੋਣੀ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਹਨ। ਅਨੇਕ ਜੋਨੇ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਇੱਕ ਨਹੀਂ ਅਨੇਕਾਂ ਜਨਮ ਧਾਰਨ ਕਰ ਲੈ। ਅਨੇਕ ਜੋਨੀ, ਅਨੇਕਾਂ ਜੋਨੀਆਂ ਦੇ ਵਿੱਚ ਭਰਮ ਕੇ ਵੀ ਆ ਜਾਏ ਨਾ, ਭਟਕ ਕੇ ਵੀ ਆ ਜਾਏ, ਤਾਂ ਵੀ ਗੁਰੂ ਤੋਂ ਬਿਨਾ ਮੁਕਤੀ ਨਹੀਂ। ਸਤਿਗੁਰੂ ਜੀ ਨੇ ਸ਼ਬਦ ਬਾਰ-ਬਾਰ ਵਰਤੇ ਇਸ ਪੌੜੀ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਿਨਾ ਮੁਕਤੀ ਨਹੀਂ। ਗੁਰੂ ਦੇ ਕੋਲੋਂ ਮੁਕਤੀ ਮਿਲਣੀ ਹੈ। ਬਾਕੀ ਦੁਨੀਆ ਦੇ ਬਹੁਤ ਸਾਰੇ ਅਵਤਾਰ ਪੈਗੰਬਰ ਨੇ, ਬਹੁਤ ਸਾਰੇ ਦੇਵੀ ਦੇਵਤੇ ਨੇ, ਕਿਸੇ ਦੇ ਕੋਲ ਮੁਕਤੀ ਨਹੀਂ। ਉਹ ਤਾਂ ਆਪ ਮੁਕਤੀ ਨੂੰ ਤਰਸਦੇ ਨੇ। ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਤਰਸਦੇ ਨੇ ਇਸ ਦੇਹ ਨੂੰ। ਆ ਦੇਹ ਮਿਲ ਜਾਏ, ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਧਾਰਨ ਕਰਕੇ ਅਸੀਂ ਵੀ ਮੁਕਤ ਹੋ ਜਾਈਏ। ਉਹਨਾਂ ਕੋਲ ਵੀ ਮੁਕਤੀ ਨਹੀਂ। ਪਾਤਸ਼ਾਹ ਕਹਿੰਦੇ, ਇੱਕ ਨਹੀਂ ਅਨੇਕਾਂ ਜੋਨੀਆਂ ਦੇ ਵਿੱਚ ਕੋਈ ਭਟਕ ਕੇ ਵੀ ਆ ਜਾਏ ਨਾ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਿਨਾ ਕਿਤੇ ਮੁਕਤੀ ਪ੍ਰਾਪਤ ਨਹੀਂ। ਸਤਿਗੁਰੂ ਤੋਂ ਬਿਨਾ ਜਿੰਨੀ ਦੇਰ ਤੱਕ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜਿੰਨੀ ਦੇਰ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਉਹ ਮੁਕਤੀ ਭਾਵੇਂ ਸੰਸਾਰਕ ਝਮੇਲਿਆਂ ਦੀ ਹੈ, ਬੰਧਨਾਂ ਦੀ ਹੈ, ਭਾਵੇਂ ਮਾਇਆ ਦੀ ਹੈ,
ਭਾਵੇਂ ਜਨਮਾਂ ਦੀ ਹੈ। ਇਹ ਸਾਰੀਆਂ ਮੁਕਤੀਆਂ, ਮੁਕਤੀ ਜਿਹੜੀ ਹੈ ਗੁਰੂ ਦੇ ਕੋਲ ਹੈ, ਹੋਰ ਕਿਸੇ ਦੇ ਕੋਲ ਨਹੀਂ। ਪਾਤਸ਼ਾਹ ਕਿਰਪਾ ਕਰਦੇ ਹਨ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਸਤਿਗੁਰੂ ਦੀ ਚਰਣੀ ਲੱਗ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਮੁਕਤ ਪਾਏ ਲਾਗ ਚਰਣੀ। ਜਦੋਂ ਅਸੀਂ ਗੁਰੂ ਦੇ ਚਰਣੀ ਲੱਗਦੇ ਹਾਂ, ਇਤਿਹਾਸ ਪੜ੍ਹੀਏ ਨਾ, ਜਦੋਂ ਆਪਾਂ ਪੜ੍ਹਦੇ ਹਾਂ ਗੁਰੂ ਦੇ ਇਤਿਹਾਸ ਦੀ, ਸ਼ਾਮ ਨੂੰ ਰੋਜ਼ ਵਿਚਾਰ ਹੁੰਦੀ ਹੈ। ਕਿੰਨੇ ਵਾਰੀ ਸਤਿਗੁਰੂ ਜੀ ਨੂੰ ਬੜੇ ਬੜੇ ਰਾਖਸ਼ ਮਿਲੇ ਨੇ, ਬੜੇ ਬੜੇ ਦੈਂਤ ਮਿਲੇ ਨੇ, ਔਰ ਉਹਨਾਂ ਨੂੰ ਜਦੋਂ ਪੁੱਛਦੇ ਸੀ ਨਾ ਤੁਸੀਂ ਇਸ ਭਿਆਨਕ ਜੂਨੀ ਵਿੱਚ ਕਿਵੇਂ ਪੈ ਗਏ, ਉਹ ਕਹਿੰਦੇ ਜੀ ਸਾਡੇ ਗੁਰੂ ਨੇ ਸਾਨੂੰ ਸਰਾਪ ਦੇ ਦਿੱਤਾ। ਹੁਣ ਸਰਾਪ ਦੇਣ ਵਾਲੇ ਬਹੁਤ ਪਖੰਡੀ ਗੁਰੂ ਮਿਲ ਜਾਂਦੇ ਨੇ ਜਿਹੜੇ ਸਰਾਪ ਦੇ ਦਿੰਦੇ ਨੇ। ਪਰ ਜਦੋਂ ਕਹਿੰਦੇ ਅਸੀਂ ਉਹਨੂੰ ਪੁੱਛਿਆ ਕਿ ਸਾਡੀ ਮੁਕਤੀ ਕਦੋਂ ਹੋਣੀ ਹੈ, ਕਿੰਨੇ ਵਾਰੀ ਆਪਾਂ ਇਤਿਹਾਸ ਪੜ੍ਹਿਆ, ਕੋਈ ਰਾਖਸ਼ ਮਿਲਦਾ ਹੈ, ਕੌਡੇ ਰਾਖਸ਼ ਵਰਗੇ ਵੀ ਮਿਲੇ ਨੇ ਨਾ ਗੁਰੂ ਸਾਹਿਬ ਨੂੰ। ਕੌਡੇ ਨੂੰ ਪੁੱਛਿਆ ਕਿ ਤੇਰੀ ਇਹ ਹਾਲਤ, ਕਹਿੰਦਾ ਮੇਰੇ ਗੁਰੂ ਨੇ ਸਰਾਪ ਦੇ ਦਿੱਤਾ। ਫਿਰ ਮੈਂ ਉਹਨੂੰ ਬੇਨਤੀ ਕੀਤੀ ਮੈਂ ਮੁਕਤ ਕਦੋਂ ਹੋਣਾ ਹੈ, ਉਹ ਕਹਿੰਦੇ ਗੁਰੂ ਨਾਨਕ ਆਏਗਾ ਕਲਯੁਗ ਦੇ ਵਿੱਚ। ਜਦੋਂ ਗੁਰੂ ਨਾਨਕ ਨੇ ਆਉਣਾ ਉਹਨੇ ਮੁਕਤ ਕਰਨਾ ਤੈਨੂੰ, ਸਤਿਗੁਰੂ ਮੁਕਤ ਕਰੇਗਾ ਆ ਕੇ। ਗੁਰੂ ਨੇ ਕਿੰਨਿਆਂ ਨੂੰ ਮੁਕਤ ਕੀਤਾ, ਸਤਿਗੁਰੂ ਦੀ ਕਿਰਪਾ। ਕਿਉਂਕਿ ਸਰਾਪ ਦੇਣ ਵਾਲੇ ਤਾਂ ਸਾਧ ਸੰਗਤ ਜੀ ਬਹੁਤ ਨੇ, ਪਰ ਸਰਾਪਿਆਂ ਹੋਇਆਂ ਨੂੰ ਬਖਸ਼ਣ ਵਾਲਾ ਕੇਵਲ ਸਤਿਗੁਰੂ ਗੁਰੂ ਨਾਨਕ ਹੈ। ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਬਖਸ਼ਿਆ। ਪਤਾ ਨਹੀਂ ਕਿੰਨਿਆਂ ਕੁ ਨੂੰ ਸਰਾਪ ਦੇ ਦੇ ਕੇ ਕਿਸੇ ਨੂੰ ਰਾਖਸ਼ ਬਣਾ ਦਿੱਤਾ, ਕਿਸੇ ਨੂੰ ਮੱਛੀ ਦੀ ਜੂਨ ਦੇ ਵਿੱਚ ਪਾ ਦਿੱਤਾ। ਇੱਕ ਰਾਜੇ ਜਨਕ ਦੇ ਗੁਰੂ ਨੇ ਵੀ ਇੱਕ ਨੂੰ ਸਰਾਪ ਦਿੱਤਾ, ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਿਲਿਆ। ਸਤਿਗੁਰੂ ਜੀ ਨੇ ਉਹਨੂੰ ਵੀ ਮੁਕਤ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਸਤਿਗੁਰੂ ਤੋਂ ਬਿਨਾਂ ਕਿਤੇ ਮੁਕਤੀ ਨਹੀਂ। ਸਰਾਪ ਦੇਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ, ਬੰਧਨਾਂ 'ਚ ਪਾਉਣ ਵਾਲੇ ਬੜੇ ਮਿਲ ਜਾਣਗੇ। ਬੰਧਨਾਂ ਤੋਂ ਮੁਕਤ ਕਰਨ ਵਾਲਾ ਕੇਵਲ ਸਤਿਗੁਰੂ ਹੈ। ਪਾਤਸ਼ਾਹ ਕਹਿੰਦੇ ਫਿਰ ਮੁਕਤੀ ਕਦੋਂ ਮਿਲਣੀ ਹੈ? ਫਿਰ ਮੁਕਤ ਪਾਏ ਲਾਗ ਚਰਣੀ, ਜਦੋਂ ਅਸੀਂ ਗੁਰੂ ਦੇ ਚਰਨੀ ਲੱਗਦੇ ਹਾਂ। ਕਿੰਨੇ ਵੱਡੇ ਭਾਗ ਨੇ ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜੇ ਹਾਂ। ਪਰ ਗੁਰੂ ਦਾ ਸਿੱਖ ਤਾਂ ਮੁਕਤੀਆਂ ਮਕਤੀਆਂ ਮੰਗਦਾ ਹੀ ਨਹੀਂ, ਇੰਨਾ ਮੁਕਤੀਆਂ ਦੀ ਗੱਲ ਹੀ ਨਹੀਂ ਕਰਦਾ। ਉਹ ਤਾਂ ਕਹਿੰਦੇ ਮਹਾਰਾਜ ਜਿੱਥੇ ਮਰਜ਼ੀ ਰੱਖ, ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਸਾਨੂੰ ਤਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਹੈ। ਗੁਰੂ ਦੇ ਸਿੱਖ ਦੀ ਤਾਂ ਅਰਦਾਸ ਹੀ ਇਹ ਹੁੰਦੀ ਹੈ, ਬੇਨਤੀ ਇਹ ਹੁੰਦੀ ਹੈ। ਉਹ ਤਾਂ ਖੰਡਨੇ ਕਰ ਦਿੰਦੇ ਨੇ ਸਾਰੀਆਂ ਚੀਜ਼ਾਂ ਨੂੰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਵੀ ਇਹੀ ਕਹਿੰਦੇ ਨੇ, ਕਹਿੰਦੇ ਕਿ ਫਿਰ ਮੁਕਤ ਪਾਏ ਲਾਗ ਚਰਨੀ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜਿਹੜੇ ਗੁਰੂ ਵਾਲੇ ਹੋ ਜਾਂਦੇ ਨੇ, ਉਹ ਮੁਕਤੀ ਪ੍ਰਾਪਤ ਕਰਦੇ ਨੇ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਸਤਿਗੁਰੂ ਉਹਨੂੰ ਫਿਰ ਸ਼ਬਦ ਨਾਲ ਜੋੜ ਦਿੰਦੇ ਨੇ, ਬਾਣੀ ਨਾਲ ਜੋੜ ਦਿੰਦੇ ਨੇ। ਉਹਦੇ ਕੰਨਾਂ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਸ਼ਬਦ ਟਿਕਾ ਦਿੰਦੇ ਨੇ। ਉਹ ਸ਼ਬਦ ਦੇ ਸਰੂਪ ਹੋ ਜਾਂਦੇ ਨੇ ਰੱਬ ਦੇ ਪਿਆਰੇ। ਉਹ ਕਹਿੰਦੇ ਆਰੇ ਨਾਲ ਚੀਰਨਾ ਬੇਸ਼ੱਕ ਚੀਰ ਦੇ, ਮੇਰੇ ਗੁਰੂ ਦਾ ਸ਼ਬਦ ਹੈ ਮੇਰੇ ਕੋਲ। ਉਹ ਕਹਿੰਦੇ ਕਿੱਥੇ ਵਸਿਆ ਸ਼ਬਦ? ਕਾਜੀ ਪੁੱਛ ਰਿਹਾ ਸੀ ਭਾਈ ਮਤੀ ਦਾਸ ਨੂੰ, ਤੂੰ ਕਹਿੰਦਾ ਮੇਰੇ ਅੰਦਰ ਸ਼ਬਦ ਵਸਿਆ, ਗੁਰੂ ਵਸਿਆ, ਕਿੱਥੇ ਵਸਿਆ ਹੋਇਆ? ਕਹਿੰਦਾ ਮੇਰੇ ਹਿਰਦੇ ਵਿੱਚ ਵਸਿਆ, ਮੇਰੇ ਇਸ ਸਰੀਰ ਦੇ ਵਿੱਚ ਵਸਿਆ ਹੋਇਆ ਹੈ। ਕਾਜੀ ਨੇ ਬੜਾ ਜ਼ੋਰ ਲਾਇਆ ਭਾਈ ਮਤੀ ਸਿੰਘ ਨੂੰ ਡਲਾਉਣ ਨੂੰ। ਜਦੋਂ ਨਾ ਡੋਲੇ, ਉਹ ਕਹਿੰਦੇ ਮੇਰੇ ਹਿਰਦੇ ਵਿੱਚ, ਮੇਰੇ ਸਰੀਰ ਵਿੱਚ, ਮੇਰੇ ਰੋਮ ਰੋਮ ਵਿੱਚ ਮੇਰਾ ਗੁਰੂ ਵਸਿਆ, ਮੇਰੇ ਗੁਰੂ ਦਾ ਸ਼ਬਦ ਵਸਿਆ। ਕਾਜੀ ਕਹਿੰਦਾ ਚੀਰ ਦਿਓ ਆਰੇ ਨਾਲੇ ਦਾ ਤਨ, ਦੇਖਾਂ ਮੈਂ ਇਹਦਾ ਗੁਰੂ ਕਿੱਥੇ ਵਸਿਆ ਹੋਇਆ ਹੈ, ਕਿੱਥੇ ਵਸਿਆ ਇਹਦਾ ਸ਼ਬਦ। ਆਰੇ ਦੇ ਨਾਲ ਚੀਰ ਕੇ ਸੁੱਟ ਦੋ। ਔਰ ਜਦੋਂ ਆਰੇ ਦੇ ਨਾਲ ਦੋ ਫਾੜ ਹੋ ਕੇ ਡਿੱਗਿਆ, ਫਿਰ ਤਾਂ ਰੋਮ ਰੋਮ ਦੇ ਵਿੱਚੋਂ, ਦੋ ਫਾੜ ਹੋਏ ਸਰੀਰ ਦੇ ਵਿੱਚੋਂ ਵੀ ਆਵਾਜ਼ ਆ ਰਹੀ ਸੀ ਸ਼ਬਦ ਦੀ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸ਼ਬਦ ਹਿਰਦੇ ਵਿੱਚ ਵਸਾ ਦਿੰਦਾ, ਸਤਿਗੁਰੂ ਕਿਰਪਾ ਕਰਦਾ। ਜਦੋਂ ਅਸੀਂ ਗੁਰੂ ਦੇ ਚਰਨੀ ਜੁੜਦੇ ਹਾਂ, ਫਿਰ ਗੁਰੂ ਕਿਵੇਂ ਮੁਕਤੀ ਦਿੰਦੇ ਨੇ? ਸਤਿਗੁਰੂ ਜੀ ਕਿਰਪਾ ਕਰਦੇ ਨੇ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਉਹ ਸ਼ਬਦ ਦੇ ਨਾਲ, ਬਾਣੀ ਦੇ ਨਾਮ ਦੇ ਨਾਲ ਜੋੜ ਕੇ ਮੁਕਤ ਕਰਦਾ ਗੁਰੂ। ਬੰਧਨਾਂ ਤੋਂ, ਵਿਕਾਰਾਂ ਤੋਂ, ਕੱਲੀ ਮੌਤ ਤੋਂ ਹੀ ਨਹੀਂ ਕਿ ਜਨਮ ਮਰਨ ਤੋਂ ਮੁਕਤ ਕਰਦੇ ਨੇ। ਉਹ ਤਾਂ ਸਾਰੇ ਬੰਧਨਾਂ ਤੋਂ ਜਿਉਂਦੇ ਹੀ ਮੁਕਤ ਕਰ ਦਿੰਦੇ ਨੇ। ਇਹ ਨਹੀਂ ਕਹਿੰਦੇ ਕਿ ਤੂੰ ਮਰਨ ਤੋਂ ਬਾਅਦ ਮੁਕਤ ਹੋਏਗਾ। ਸਤਿਗੁਰੂ ਜੀ ਕਹਿੰਦੇ ਤੂੰ ਜਿਉਣਾ ਹੀ ਮੁਕਤ ਹੋਏਗਾ।
ਆ ਤੂੰ ਮੇਰੇ ਕੋਲ ਆ, ਪਹਿਲਾਂ ਤੇਰੀ ਜ਼ਿੰਦਗੀ ਦੇ ਵਿੱਚੋਂ ਮੌਤ ਦਾ ਭੈ ਖਤਮ ਕਰਾਂ। ਇਹ ਗੁਰੂ ਦੀ ਜੁਗਤ ਹੈ। ਪਾਤਸ਼ਾਹ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਗੁਰੂ ਨੇ ਸ਼ਬਦ ਦੇ ਨਾਲ ਜੋੜਨਾ ਕੀਤਾ ਹੈ, ਸ਼ਬਦ ਸੁਣਾਉਣਾ ਕੀਤਾ ਹੈ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕੱਲਾ ਮੇਰੇ ਕਹਿਣ ਤੇ ਨਾ ਜਾਇਓ, ਤੁਸੀਂ ਵਿਚਾਰ ਕੇ ਵੇਖ ਲਓ ਆਪ ਸਾਰੇ ਕਿ ਗੁਰੂ ਤੋਂ ਬਿਨਾਂ ਕਿਸੇ ਨੂੰ ਮੁਕਤੀ ਮਿਲੀ ਹੈ ਅੱਜ ਤੱਕ? ਕਿਸੇ ਨੂੰ ਵੀ ਕਿਸੇ ਤੀਰਥ ਤੇ ਜਾ ਕੇ ਕਿ ਕੋਈ ਕਹਿੰਦਾ ਹੋਵੇ ਮੈਂ ਫਲਾਣੇ ਤੀਰਥ ਤੇ ਨਹਾਤਾ ਸੀ, ਮੈਂ ਮੁਕਤ ਹੋ ਗਿਆ? ਕਿਸੇ ਨੂੰ ਮੁਕਤੀ ਪ੍ਰਾਪਤ ਹੋਈ ਹੈ ਤੀਰਥਾਂ ਤੇ ਨਹਾ ਕੇ? ਹੁਣ ਕੌਣ ਦੱਸੇ ਕਿ ਮਰਨ ਤੋਂ ਬਾਅਦ? ਗੁਰੂ ਤਾਂ ਜਿਉਂਦਿਆਂ ਨੂੰ ਮੁਕਤ ਕਰੀ ਜਾਂਦਾ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਅੱਜ ਵੀ ਜਿਉਂਦੇ ਨੇ, ਉਹ ਮਰੇ ਨਹੀਂ, ਉਹ ਤਾਂ ਮੁਕਤ ਨੇ ਸਦਾ ਵਾਸਤੇ। ਜਿਨ੍ਹਾਂ ਨੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਸਿਮਰ ਲਿਆ, ਉਹਨਾਂ ਨੂੰ ਅੱਜ ਵੀ ਲੋਕ ਪੂਜਦੇ ਨੇ, ਨਮਸਕਾਰਾਂ ਕਰਦੇ ਨੇ। ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਨੇ ਸਿੰਘਾਂ ਨੂੰ ਕਿ ਜਦੋਂ ਭਗਤ ਕਬੀਰ ਜੀ ਇਹ ਸ਼ਬਦ ਉਚਾਰਨ ਕਰ ਰਹੇ ਸੀ, ਤੂੰ ਤੂੰ ਕਰਤਾ ਤੂੰ ਭਇਆ, ਉਦੋਂ ਰਾਜਾ ਕਿਹੜਾ ਸੀ? ਰਾਜਾ ਨਹੀਂ ਦੱਸਿਆ ਗਿਆ। ਕਬੀਰ ਝੌਂਪੜੀ ਵਿੱਚ ਰਹਿੰਦਾ ਹੈ, ਉਹਦਾ ਨਾਮ ਅੱਜ ਤੱਕ ਦੁਨੀਆ ਤੇ ਚੱਲ ਰਿਹਾ ਹੈ, ਪਰ ਉਹ ਰਾਜੇ ਦਾ ਨਾਮ ਨਹੀਂ। ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਥਾਨ ਤੇ ਆਪਾਂ ਬੈਠੇ ਹਾਂ, ਕਿੰਨੇ ਕੁ ਉਦੋਂ ਵੀ ਬਹੁਤ ਅਮੀਰ ਹੋਣਗੇ, ਰਾਜੇ ਹੋਣਗੇ। ਕਿਹੜਾ ਰਾਜਾ ਸੀ ਉਸ ਟਾਈਮ ਇੱਥੇ ਦੁਨੀਆ ਦੇ ਉੱਤੇ? ਤੇ ਉਹਨਾਂ ਦੀਆਂ ਬਰਸੀਆਂ ਕੋਈ ਮਨਾਉਂਦਾ? ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦੀ ਯਾਦ ਵਿੱਚ ਸੰਗਤ ਇਕੱਠੀ ਹੁੰਦੀ ਹੈ। ਇੱਥੇ ਤੁਸੀਂ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੁੰਦੇ ਹੋ ਜਿਸ ਦਿਨ ਸੰਤ ਬਾਬਾ ਆਤਰ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ। ਜਿੱਦੇ ਉਹ ਜੋਤੀ ਜੋਤ ਸਮਾਏ ਨੇ, ਸੱਚਖੰਡ ਪਿਆਨਾ ਕੀਤਾ, ਉਸ ਦਿਨ ਬਰਸੀ ਦੇ ਟਾਈਮ ਤੇ ਕਿੰਨੀਆਂ ਸੰਗਤਾਂ ਜੁੜਦੀਆਂ ਨੇ। ਜਿਨ੍ਹਾਂ ਨੇ ਨਾਮ ਤੇ ਆਇਆ ਉਹ ਅੱਜ ਵੀ ਜਿਉਂਦੇ ਨੇ, ਉਹ ਅੱਜ ਵੀ ਸਾਡੇ ਵਿੱਚ ਨੇ, ਉਹ ਹਮੇਸ਼ਾ ਮੁਕਤ ਨੇ, ਉਹ ਬੰਧਨਾਂ ਵਿੱਚ ਨਹੀਂ, ਜੂਨੀਆਂ ਵਿੱਚ ਨਹੀਂ, ਉਹ ਸਾਡੇ ਨਾਲ ਨੇ। ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਵਿਚਾਰ ਕੇ ਦੇਖ ਲਓ। ਪਾਤਸ਼ਾਹ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਕੱਲੀਆਂ ਗੱਲਾਂ ਦੇ ਵਿੱਚ ਨਹੀਂ, ਸਤਿਗੁਰੂ ਕਹਿੰਦੇ ਵਿਚਾਰ ਕਰੋ ਇਕਾਂਤ ਵਿੱਚ ਬੈਠ ਕੇ ਸਿਆਣਿਆਂ ਦੇ ਨਾਲ, ਗੁਣੀਆਂ ਗਿਆਨੀਆਂ ਦੇ ਨਾਲ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਸਾਧ ਸੰਗਤ ਜੀ, ਖਲਾਸੀ ਪ੍ਰਾਪਤ ਨਹੀਂ ਹੁੰਦੀ। ਸਭ ਤੋਂ ਵੱਡਾ ਦੁੱਖ ਹੈ ਗੁਲਾਮੀ, ਔਰ ਗੁਲਾਮੀ ਉਦੋਂ ਕੱਟੀ ਜਾਣੀ ਹੈ ਜਦੋਂ ਅਸੀਂ ਮੁਕਤ ਹੋ ਜਾਵਾਂਗੇ ਗੁਲਾਮੀ ਤੋਂ। ਸਤਿਗੁਰ ਕਿਰਪਾ ਕਰਨ, ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਵੀ ਬੰਧਨਾਂ ਤੋਂ, ਵਿਕਾਰਾਂ ਤੋਂ, ਇਸ ਮਾਇਆ ਦੇ ਵਿੱਚ ਰਹਿ ਕੇ ਅਸੀਂ ਮੁਕਤ ਹੋ ਜਾਈਏ। ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਰਹਿ ਕੇ ਸਮਾਂ ਹੋ ਚੁੱਕਿਆ ਹੈ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।